हाजरीन, सखी सरवर सुल्तान लख दाता लाला वाला पीर पीर नगाहे वाला जी की जीवन कथा करामातां अते करिश्मिਆਂ नाल संबंधित साढ़े 23 भाग तुसी सुन चुके हो, जिस सदका तुसी सानू अथाह माण ते प्यार बख्शिया। उस प्यार सदका एकजोत फिल्म्स फगवाड़ा वालियां दी तरफों हुण पेश है इसे लड़ी का अगला हिस्सा पीर नगाहे वाला भाग 24वां। इस कैसेट विच भाग लै रहे हैं तुहाडे जाने पहचाने उहिओ कलाकार गुरदेव दलगीर, घुल्ला सरिहाले वाला, के कुलदीप ते जतिंदर पिंकी। ते फिर आओ आपां एक मन एक चित हो के इस जीवन कथा का भरपूर आनंद माणीए। दाता दे इस रोजे तो
ਸਾਧ ਸੰਗਤ ਜੀ, ਬਹੁਤ ਸਾਰੀਆਂ ਕਿਤਾਬਾਂ ਪੜ੍ਹਨ, ਸੁਣਨ ਅਤੇ ਪੀਰਾਂ ਫਕੀਰਾਂ, ਗੁਣੀ ਗਿਆਨੀ ਵਿਦਵਾਨਾਂ ਦੀ ਸੰਗਤ ਕਰਨ ਤੋਂ ਬਾਅਦ ਪਤਾ ਲੱਗਾ ਹੈ ਕਿ ਅਰਬ ਦੇ ਇਲਾਕੇ ਬਗਦਾਦ ਸ਼ਰੀਫ ਵਿੱਚ ਇੱਕ ਬੜੇ ਹੀ ਕਾਮਲ ਫਕੀਰ ਹੋਏ ਹਨ, ਸੈਯਦ ਉਮਰ ਸ਼ਾਹ ਜੀ, ਜੋ ਕਿ 40 ਸਾਲ ਤੱਕ ਰਸੂਲ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਦੇ ਰੌਜ਼ਾ ਮੁਬਾਰਕ ਤੇ ਹਾਜ਼ਰ ਹੋ ਕੇ ਤਨੋ ਮਨੋ ਸੇਵਾ ਕਰਦੇ ਰਹੇ। ਇਸ ਸਮੇਂ ਦੌਰਾਨ ਇਹਨਾਂ ਦੇ ਘਰ ਸੈਯਦ ਜ਼ੈਨੁਲ ਆਬਦੀਨ, ਸੈਯਦ ਹਸਨ, ਸੈਯਦ ਅਲੀ ਤੇ ਸੈਯਦ ਜਾਫਰ 4 ਬੇਟੇ ਪੈਦਾ ਹੋਏ। ਕੁਝ ਸਮੇਂ ਬਾਅਦ ਸੈਯਦ ਉਮਰ ਸ਼ਾਹ ਜੀ ਵਫਾਤ ਪਾ ਗਏ। ਤਦ ਇਹਨਾਂ ਦੀ ਜਗ੍ਹਾ ਇਹਨਾਂ ਦੇ ਵੱਡੇ ਬੇਟੇ ਸੈਯਦ ਜ਼ੈਨੁਲ ਆਬਦੀਨ ਨੂੰ ਗੱਦੀ ਨਸ਼ੀਨ ਕੀਤਾ ਗਿਆ। ਇਹਨਾਂ ਨੇ ਬਗਦਾਦ ਸ਼ਰੀਫ ਵਿੱਚ ਤਕਰੀਬਨ 22 ਸਾਲ ਇਬਾਦਤ ਕਰਕੇ ਦੁਨੀਆਦਾਰਾਂ ਨੂੰ ਪ੍ਰਵਚਨ ਅਤੇ ਨਸੀਹਤਾਂ ਕਰਦਿਆਂ ਗੁਜ਼ਾਰੇ। ਇਸੇ ਸਮੇਂ ਦੌਰਾਨ ਇਹਨਾਂ ਦੀ ਸ਼ਾਦੀ ਬਗਦਾਦ ਸ਼ਰੀਫ ਦੀ ਰਹਿਣ ਵਾਲੀ ਬੀਬੀ ਅਮੀਨਾ ਜੀ ਨਾਲ ਹੋਈ, ਜਿਸ ਨੂੰ ਲੋਕੀ ਬੀਬੀ ਫਾਤਮਾ ਨਾਮ ਨਾਲ ਵੀ ਯਾਦ ਕਰਦੇ ਹਨ। ਬੀਬੀ ਅਮੀਨਾ ਜੀ ਦੀ ਕੁੱਖੋਂ 3 ਬੇਟੇ ਸੈਯਦ ਦਾਊਦ, ਸੈਯਦ ਮਹਿਬੂਦ ਅਤੇ ਸੈਯਦ ਸੇਹਰਾ ਪੈਦਾ ਹੋਏ। ਕੁਝ ਸਮੇਂ ਪਿੱਛੋਂ ਜ਼ੈਨੁਲ ਆਬਦੀਨ ਜੀ ਆਪਣੀ ਪਤਨੀ ਤੇ ਪਰਿਵਾਰ ਸਮੇਤ 520 ਹਿਜਰੀ ਮੁਤਾਬਕ 1126 ਈਸਵੀ ਨੂੰ ਬਗਦਾਦ ਸ਼ਰੀਫ ਛੱਡ ਕੇ 1947 ਤੋਂ ਪਹਿਲਾਂ ਵਾਲੇ ਹਿੰਦੁਸਤਾਨ ਦੇ ਪੰਜਾਬ ਇਲਾਕੇ ਵਿੱਚ ਮੁਲਤਾਨ ਤੋਂ 12 ਕੋਹ ਦੀ ਦੂਰੀ ਤੇ ਤਕਰੀਬਨ 18 ਮੀਲ ਤੇ ਬਸੇ ਪਿੰਡ ਸ਼ਾਹਕੋਟ ਜਾਂ ਸ਼ਾਸ਼ਕੋਟ ਜਾਂ ਸ਼ਹਿਕੋਟ ਵਿੱਚ ਆ ਕੇ ਵਸ ਗਏ। ਇਹ ਪਿੰਡ ਅੱਜ ਕੱਲ੍ਹ ਪਾਕਿਸਤਾਨ ਵਿੱਚ ਹੈ। ਇੱਥੇ ਆ ਕੇ ਕੁਝ ਸਮੇਂ ਬਾਅਦ ਬੀਬੀ ਅਮੀਨਾ ਜੀ ਜਾਣੀ ਕਿ ਬੀਬੀ ਫਾਤਮਾ ਜੀ ਦੀ ਮੌਤ ਹੋ ਗਈ। ਤਕਰੀਬਨ 2 ਸਾਲ ਬੀਤਣ ਤੋਂ ਬਾਅਦ ਸ਼ਾਹਕੋਟ ਦੇ ਹੀ ਖੋਖਰ ਕੌਮ ਦੇ ਨੰਬਰਦਾਰ ਪੀਰਾਹਾਨ ਜਾਂ ਪੀਰ ਅਰਹਾਨ, ਜਿਸ ਦੇ ਸਿਰਫ 2 ਬੇਟੀਆਂ ਹੀ ਸਨ, ਉਹਨਾਂ ਵਿੱਚੋਂ ਇੱਕ ਬੇਟੀ ਜਿਸ ਦਾ ਨਾਮ ਐਸਾ ਸੀ, ਉਸ ਦੀ ਸ਼ਾਦੀ 522 ਹਿਜਰੀ ਮੁਤਾਬਕ 1128 ਈਸਵੀ ਨੂੰ ਸੈਯਦ ਜ਼ੈਨੁਲ ਆਬਦੀਨ ਜੀ ਨਾਲ ਕਰ ਦਿੱਤੀ। ਦੂਜੀ ਬੇਟੀ ਰਾਬਿਆ ਦੀ ਸ਼ਾਦੀ ਖੋਖਰ ਕੌਮ ਦੇ ਕਿਸੇ ਹੋਰ ਨੌਜਵਾਨ ਨਾਲ ਕਰ ਦਿੱਤੀ। ਕੁਝ ਸਮੇਂ ਬਾਅਦ ਮਾਤਾ ਐਸਾ ਜੀ ਦੀ ਕੁੱਖੋਂ 523 524 ਹਿਜਰੀ ਮੁਤਾਬਕ 1129 ਜਾਂ 1130 ਈਸਵੀ 9 ਵਿਸਾਖ ਦਿਨ ਵੀਰਵਾਰ ਨੂੰ ਸੈਯਦ ਅਹਿਮਦ ਸੁਲਤਾਨ ਸਖੀ ਸਰਵਰ ਪੀਰ ਲੱਖ ਦਾਤਾ ਜੀ ਦਾ ਜਨਮ ਹੋਇਆ। ਉਸ ਤੋਂ 2 ਸਾਲ ਬਾਅਦ ਅਬਦੁਲ ਗਨੀ ਦਾ ਜਨਮ ਹੋਇਆ, ਜਿਸ ਨੂੰ ਕਿ ਖਾਨ ਟੋਡਾ ਵੀ ਕਿਹਾ ਜਾਂਦਾ ਹੈ। ਇਸੇ ਸਮੇਂ ਦੌਰਾਨ ਰਾਬਿਆ ਦੀ ਕੁੱਖੋਂ ਜੋਧਾ, ਸਾਵਨ, ਕੱਕੂ ਅਤੇ ਖੋਖੀ 4 ਪੁੱਤਰ ਪੈਦਾ ਹੋਏ। ਇਹ ਸਾਰਾ ਪਰਿਵਾਰ ਸ਼ਾਹਕੋਟ ਵਿੱਚ ਹੀ ਖੇਤੀਬਾੜੀ ਅਤੇ ਭੇਡਾਂ ਬੱਕਰੀਆਂ ਪਾਲਣ ਦਾ ਕੰਮ ਕਰਦਾ ਸੀ, ਪਰ ਸਮੇਂ ਮੁਤਾਬਕ ਸਾਰੇ ਪੁੱਤਰ ਜਵਾਨ ਹੋਏ। ਇਹਨਾਂ ਸਾਰਿਆਂ ਭਰਾਵਾਂ ਵਿੱਚੋਂ ਸੈਯਦ ਅਹਿਮਦ ਸੁਲਤਾਨ ਸਖੀ ਸਰਵਰ ਪੀਰ ਲੱਖ ਦਾਤਾ ਜੀ ਦੀ ਇੱਕ ਵੱਖਰੀ ਹੀ ਦਿੱਖ ਸੀ, ਜੋ ਸਭ ਦੇ ਮਨ ਨੂੰ ਮੋਹਦੀ ਸੀ। ਲੱਖ ਦਾਤਾ ਜੀ ਬਚਪਨ ਤੋਂ ਹੀ ਘਰ ਦੇ ਕੰਮਾਂ ਵਿੱਚ ਦਿਲਚਸਪੀ ਰੱਖਣ ਦੇ ਨਾਲ ਨਾਲ ਰੂਹਾਨੀ ਫੈਜ਼ ਵਿੱਚ ਵੀ ਬਹੁਤ ਵਿਸ਼ਵਾਸ ਰੱਖਦੇ ਸਨ। ਇਸ ਕਰਕੇ ਇਹਨਾਂ ਨੇ ਥੋੜ੍ਹੇ ਸਮੇਂ ਵਿੱਚ ਹੀ ਆਪਣੇ ਪਿਤਾ ਜ਼ੈਨੁਲ ਆਬਦੀਨ ਜੀ ਤੋਂ ਇਲਾਵਾ ਉਸ ਵੇਲੇ ਦੇ ਹੋਰ ਵੀ ਬਹੁਤ ਹੀ ਮਸ਼ਹੂਰ ਕਾਮਲ ਫਕੀਰ, ਕਾਦਰੀਆਂ, ਚਿਸ਼ਤੀਆਂ ਅਤੇ ਸੁਹਰਵਰਦੀ ਬਜ਼ੁਰਗਾਂ ਤੋਂ ਰੂਹਾਨੀ ਫੈਜ਼ ਹਾਸਲ ਕੀਤਾ। ਇਸੇ ਕਰਕੇ ਇਹ ਬਚਪਨ ਤੋਂ ਹੀ ਆਪਣੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਵਿੱਚ ਬੜੇ ਹਰਮਨ ਪਿਆਰੇ ਹੋ ਗਏ ਤੇ ਲੋਕ ਇਹਨਾਂ ਦੀ ਹੋਰ ਵੀ ਵੱਧ ਚੜ੍ਹ ਕੇ ਉਸਤਤ ਕਰਨ ਲੱਗੇ।
ਸਾਧ ਸੰਗਤ ਜੀ, ਇਤਿਹਾਸ ਦੀਆਂ ਕੁਝ ਕਿਤਾਬਾਂ ਪੜ੍ਹਨ ਤੋਂ ਪਤਾ ਲੱਗਦਾ ਹੈ ਕਿ ਲੱਖ ਦਾਤਾ ਜੀ ਨੇ ਸ਼ੁਰੂ ਵਿੱਚ ਇਸਲਾਮ ਦੀ ਸਿੱਖਿਆ ਆਪਣੇ ਪਿਤਾ ਜ਼ੈਨੋ ਅਲਾਬਦੀਨ ਜੀ ਪਾਸੋਂ ਹਾਸਲ ਕੀਤੀ। ਉਸ ਤੋਂ ਬਾਅਦ ਆਪਣੀ ਅਗਲੀ ਹੋਰ ਸਿੱਖਿਆ ਦੇ ਲਈ ਲਾਹੌਰ ਤਸ਼ਰੀਫ ਲਿਆਏ ਸਨ। ਇਹ ਜਾਣਕਾਰੀ ਸਾਨੂੰ ਕਿਤਾਬ ਖਜ਼ੀਨਾ ਤੁਲ ਅਸਫੀਆ ਦੀ ਜਿਲਦ ਅੱਵਲ ਦੇ ਸਫਾ ਨੰਬਰ 901 ਅਤੇ ਜਿਲਦ 2 ਦੇ ਸਫਾ ਨੰਬਰ 245, ਕਿਤਾਬ ਆਬੇ ਕੌਸਰ ਦੇ ਸਫਾ ਨੰਬਰ 91, ਚਸ਼ਮਾ ਏ ਕੌਸਰ ਦੇ ਸਫਾ ਨੰਬਰ 81, ਸੂਫਿਆਏ ਪੰਜਾਬ ਦੇ ਸਫਾ ਨੰਬਰ 326, ਉਰਸਵਾ ਮੇਲੇ ਦੇ ਸਫਾ ਨੰਬਰ 99 ਅਤੇ ਕਿਤਾਬ ਅਲ ਫਕਰ ਫਖਰੀ ਦੇ ਸਫਾ ਨੰਬਰ 72 ਤੋਂ ਮਿਲਦੀ ਹੈ। ਪੰਜਾਬ ਐਂਡ ਇਟਸ ਫੈਡਾਟੋਰੀਜ਼ ਦੇ ਸਫਾ ਨੰਬਰ 132 ਅਤੇ ਕਿਤਾਬ ਗਲੋਸਰੀ ਦੇ ਵੋਲੀਅਮ ਅੱਵਲ ਦੇ ਸਫਾ ਨੰਬਰ 566 ਅਤੇ 567 ਮੁਤਾਬਕ ਵੀ ਲਾਹੌਰ ਵਿੱਚ ਉਦੋਂ ਮੌਲਾਨਾ ਸੈਯਦ ਮੁਹੰਮਦ ਇਸਹਾਕ ਸਾਹਿਬ ਦੇ ਇਲਮ ਬਾ ਫਜ਼ਲ ਦੀ ਬਹੁਤ ਚਰਚਾ ਸੀ। ਉਹਨਾਂ ਦੇ ਇੱਥੇ ਦੂਰ ਦਰਾਜ ਤੋਂ ਇਲਮ ਦੇ ਪਿਆਸੇ ਆਉਂਦੇ ਅਤੇ ਆਪਣੇ ਮਨ ਦੀ ਪਿਆਸ ਬੁਝਾਉਂਦੇ ਸਨ। ਹਜ਼ਰਤ ਸਗੀ ਸਰਵਰ ਵੀ ਉਹਨਾਂ ਦੇ ਵਿਦਿਆਰਥੀ ਰਹੇ ਅਤੇ ਇੱਕ ਹੋਣਹਾਰ ਵਿਦਿਆਰਥੀ ਦੀ ਤਰ੍ਹਾਂ ਇਸਲਾਮੀ ਵਿੱਦਿਆ ਦੇ ਮੁੰਡਲੇ ਪੈਂਡੇ ਕਾਮਯਾਬੀ ਨਾਲ ਤੈਅ ਕੀਤੇ। ਮੌਲਾਨਾ ਸੈਯਦ ਮੁਹੰਮਦ ਇਸਹਾਕ ਦੀ ਤਰਬੀਅਤ ਦਾ ਨਤੀਜਾ ਸੀ ਕਿ ਉਹ ਛੋਟੀ ਉਮਰੇ ਹੀ ਦੀਨ ਦੇ ਆਲਮ ਬਣ ਚੁੱਕੇ ਸਨ। ਇਹਨਾਂ ਕੋਲੋਂ ਜ਼ਾਹਰੀ ਇਲਮ ਦੀ ਸਿੱਖਿਆ ਲੈਣ ਤੋਂ ਬਾਅਦ ਸਖੀ ਸਰਵਰ ਜੀ ਦੇ ਮਨ ਵਿੱਚ ਬਾਤਨੀ ਇਲਮ ਦੇ ਹਾਸਲ ਕਰਨ ਦਾ ਜਜ਼ਬਾ ਪੈਦਾ ਹੋਇਆ। ਤਦ ਲੱਖ ਦਾਤਾ ਜੀ ਆਪਣੇ ਪਿੰਡ ਸ਼ਾਹਕੋਟ ਤੋਂ ਚੱਲ ਕੇ ਸਿੱਧੇ ਬਗਦਾਦ ਸ਼ਰੀਫ ਪਹੁੰਚ ਗਏ। ਉਸ ਸਮੇਂ ਬਗਦਾਦ ਸ਼ਰੀਫ ਇਸਲਾਮੀ ਇਲਮ ਦੇ ਇੱਕ ਬੜੇ ਕੇਂਦਰ ਦੇ ਤੌਰ ਤੇ ਮਸ਼ਹੂਰ ਸੀ। ਇੱਥੇ ਉਸ ਵਕਤ ਬਗਦਾਦ ਸ਼ਰੀਫ ਵਿੱਚ ਹਜ਼ਰਤ ਪੀਰਾਂ ਦੇ ਪੀਰ ਗੌਸੇ ਆਜ਼ਮ ਅਬਦੁਲ ਕਾਦਰ ਜਿਲਾਨੀ ਜੀ ਦੀ ਸ਼ੌਹਰਤ ਹਰ ਤਰਫ ਫੈਲੀ ਹੋਈ ਸੀ। ਇਸ ਲਈ ਆਪ ਨੇ ਸਭ ਤੋਂ ਪਹਿਲਾਂ ਹਜ਼ਰਤ ਸ਼ੇਖ ਜਿਲਾਨੀ ਗੌਸੇ ਆਜ਼ਮ ਜੀ ਦੀ ਖਿਦਮਤ ਵਿੱਚ ਹਾਜ਼ਰ ਰਹਿ ਕੇ ਫੈਜ਼ ਹਾਸਲ ਕੀਤਾ। ਉਸ ਤੋਂ ਬਾਅਦ ਬਗਦਾਦ ਵਿੱਚ ਹੀ ਹਜ਼ਰਤ ਸ਼ੇਖ ਸ਼ਹਾਬੂਦੀਨ ਸੁਹਰਵਰਦੀ ਰਹਿਮਤੁल्लाह ਅਲੈਹ ਤੋਂ ਰੂਹਾਨੀ ਫੈਜ਼ ਹਾਸਲ ਕੀਤਾ। ਕੁਝ ਸਮੇਂ ਬਾਅਦ ਲੱਖ ਦਾਤਾ ਜੀ ਚਿਸ਼ਤ ਇਲਾਕੇ ਵਿੱਚ ਆ ਗਏ ਤੇ ਇੱਥੇ ਆ ਕੇ ਆਪ ਜੀ ਨੇ ਖਵਾਜਾ ਕੁਤਬਦੀਨ ਮੌਦੂਦ ਚਿਸ਼ਤੀ ਜੀ ਦੀ ਸੰਗਤ ਕੀਤੀ ਅਤੇ ਰੂਹਾਨੀ ਤਰਬੀਅਤ ਹਾਸਲ ਕੀਤੀ। ਜ਼ਾਹਰੀ ਇਲਮ ਤੇ ਬਾਤਨੀ ਇਲਮ ਵਿੱਚ ਭਰਪੂਰ ਹੋ ਕੇ ਲੱਖ ਦਾਤਾ ਜੀ ਜ਼ਿਲ੍ਹਾ ਗੁਜਰਾਂਵਾਲਾ ਦੇ ਸ਼ਹਿਰ ਵਜ਼ੀਰਾਬਾਦ ਦੇ ਨਜ਼ਦੀਕ ਪਿੰਡ ਧੌਂਕਲ, ਪਿੰਡ ਰਹੋਏਵਾਲ ਅਤੇ ਪਿੰਡ ਸੋਧਰਾ ਵਿੱਚ ਵੀ ਰਹੇ ਤੇ ਉੱਥੇ ਵੀ ਲੋਕਾਂ ਨੂੰ ਰੂਹਾਨੀ ਫੈਜ਼ ਨਾਲ ਜੋੜਿਆ। ਉਸ ਤੋਂ ਬਾਅਦ ਕੁਝ ਸਮਾਂ ਲਾਹੌਰ ਰਹੇ ਤੇ ਫਿਰ ਵਾਪਸ ਆਪਣੇ ਪਿੰਡ ਸ਼ਾਹਕੋਟ ਜਾਂ ਸ਼ਾਸ਼ਕੋਟ ਵਿੱਚ ਆ ਗਏ ਤੇ ਖੁਦਾ ਦੀ ਇਬਾਦਤ ਕਰਦੇ ਕਰਦੇ ਲੋਕਾਂ ਦਾ ਭਲਾ ਕਲਿਆਣ ਕਰਨ ਲੱਗੇ। ਹੌਲੀ ਹੌਲੀ ਇਹਨਾਂ ਦੀ ਸ਼ੌਹਰਤ ਆਲੇ ਦੁਆਲੇ ਦੇ ਲੋਕਾਂ ਤੱਕ ਵੀ ਪਹੁੰਚ ਗਈ। ਜੋ ਵੀ ਇਹਨਾਂ ਦੇ ਦਰਸ਼ਨ ਦੀਦਾਰ ਕਰਨ ਲਈ ਆਉਂਦਾ, ਇਹਨਾਂ ਦੀ ਰੂਹਾਨੀਅਤ ਤਾਕਤ ਦੇਖ ਕੇ ਇਹਨਾਂ ਦੀ ਜੈ ਜੈਕਾਰ ਕਰਦਾ। ਸਖੀ ਸਰਵਰ ਪੀਰਾ
ਸਾਧ ਸੰਗਤ ਜੀ, ਲੱਖ ਦਾਤਾ ਜੀ ਦੀ ਵਾਧੀ ਸ਼ੌਹਰਤ ਦੇਖ ਕੇ ਚਾਰੇ ਖੋਖਰ ਭਰਾ ਇਹਨਾਂ ਨਾਲ ਈਰਖਾ ਕਰਨ ਲੱਗ ਪਏ ਅਤੇ ਸੈਯਦ ਅਹਿਮਦ ਸਖੀ ਸਰਵਰ ਸੁਲਤਾਨ ਅਤੇ ਇਹਨਾਂ ਦੇ ਛੋਟੇ ਭਰਾ ਖਾਨ ਢੋਡਾ ਨੂੰ ਮਾਰਨ ਦੀਆਂ ਵਿਉਂਤਾਂ ਬਣਾਉਣ ਲੱਗ ਪਏ। ਆਖਿਰਕਾਰ ਲੱਖ ਦਾਤਾ ਜੀ ਆਪਣੇ ਖਾਲਾਜਾਦ ਜਾਣੀ ਮਸੇਰੇ ਭਰਾਵਾਂ ਨੂੰ ਆਪਣਾ ਘਰ-ਬਾਰ, ਜ਼ਮੀਨ ਜਾਇਦਾਦ ਸਭ ਕੁਝ ਦੇ ਕੇ ਨਿਗਾਹਾ ਪਿੰਡ ਵਿੱਚ ਆ ਗਏ। ਕਿਤਾਬ ਤਹਿਕੀਕਾਤ ਚਿਸ਼ਤੀ ਵਿੱਚ ਮੌਲਾਨਾ ਨੂਰ ਮੁਹੰਮਦ ਜੀ ਨੇ ਲਿਖਿਆ ਹੈ ਕਿ ਹਜ਼ਰਤ ਸਖੀ ਸਰਵਰ ਸ਼ਾਹਕੋਟ ਤੋਂ ਨਿਕਲ ਕੇ ਸਿੱਧੇ ਨਿਗਾਹਾ ਪਿੰਡ ਪਹੁੰਚੇ, ਜੋ ਕਿ ਮੁਲਤਾਨ ਤੋਂ 60 ਕੋ ਜਾਣੀ ਕਿ ਤਕਰੀਬਨ 90 ਮੀਲ ਦੇ ਫਾਸਲੇ ਤੇ ਸੁਲੇਮਾਨ ਪਹਾੜ ਕੋਲ ਕੱਕੀ ਨਦੀ ਦੇ ਨਜ਼ਦੀਕ ਹੈ। ਮੁਫਤੀ ਗੁਲਾਮ ਸਰਵਰ ਸਾਹਿਬ ਨੇ ਕਿਤਾਬ ਖਜ਼ੀਨਾਤੁਲ ਆਸਫੀਆ ਵਿੱਚ ਲਿਖਿਆ ਹੈ ਕਿ ਸ਼ਾਹਕੋਟ ਤੋਂ ਹਿਜਰਤ ਦੇ ਵਕਤ ਜਾਣੀ ਕਿ ਜਾਣ ਵੇਲੇ ਆਪ ਜੀ ਦੇ ਨਾਲ ਆਪ ਦੀ ਧਰਮ ਪਤਨੀ ਬੀਬੀ ਬਾਈ, ਆਪ ਦੇ ਬੇਟੇ ਸਰਾਜੂਦੀਨ ਜੋ ਕਿ ਸੈਯਦ ਰਾਜ ਦੇ ਨਾਮ ਨਾਲ ਵੀ ਮਸ਼ਹੂਰ ਹਨ, ਅਤੇ ਆਪ ਦੇ ਹਕੀਕੀ ਭਾਈ ਸੈਯਦ ਅਬਦੁਲ ਗਨੀ ਜਾਣੀ ਕਿ ਖਾਨ ਢੋਡਾ ਜੀ ਵੀ ਸਨ। ਕੁਝ ਇਤਿਹਾਸਕਾਰ ਲਿਖਦੇ ਹਨ ਕਿ ਉਸ ਵੇਲੇ ਇਹਨਾਂ ਦੇ ਨਾਲ ਇਹਨਾਂ ਦੀ ਪਹਿਲੀ ਪਤਨੀ ਜੋ ਕਿ ਸੈਯਦ ਅਬਦੁਲ ਰਜ਼ਾਕ ਦੀ ਬੇਟੀ ਸੀ ਵੀ ਨਾਲ ਸੀ, ਕਿਉਂਕਿ ਬੇਟਾ ਸਰਾਜੂਦੀਨ ਉਸ ਦੀ ਕੁੱਖੋਂ ਹੀ ਪੈਦਾ ਹੋਇਆ ਸੀ। ਸਖੀ ਸਰਵਰ ਦਰਬਾਰ ਦੇ ਖਲੀਫਾ ਮਲਿਕ ਗੌਸ ਸਾਹਿਬ ਨੇ ਆਪਣੀ ਕਿਤਾਬ ਸਵਾਨੇ ਹਯਾਤ ਹਜ਼ਰਤ ਸਖੀ ਸਰਵਰ ਵਿੱਚ ਲਿਖਿਆ ਹੈ ਕਿ ਉਸ ਸਮੇਂ ਇਹਨਾਂ ਦੇ ਨਾਲ ਇਹਨਾਂ ਦੇ 4 ਯਾਰ ਮੀਆਂ ਨੂਰ, ਮੀਆਂ ਮੁਹੰਮਦ ਇਸਹਾਕ, ਮੀਆਂ ਉਸਮਾਨ ਅਤੇ ਮੀਆਂ ਅਲੀ ਜੀ ਵੀ ਸਨ। ਨਿਗਾਹਾ ਦੇ ਜੰਗਲੀ, ਪਹਾੜੀ ਤੇ ਇਕਾਂਤ ਇਲਾਕੇ ਵਿੱਚ ਇਹਨਾਂ ਨੇ ਆਪਣੀ ਇਬਾਦਤ ਕਰਨੀ ਸ਼ੁਰੂ ਕੀਤੀ। ਹੌਲੀ ਹੌਲੀ ਇਹਨਾਂ ਦੀ ਰੂਹਾਨੀ ਫੈਜ਼ ਦਾ ਜਸ ਦੂਰ ਦੂਰ ਤੱਕ ਫੈਲਣ ਲੱਗਾ। ਲੋਕ ਇਹਨਾਂ ਦੇ ਦੀਦਾਰ ਕਰਨ ਲਈ ਆਉਣ ਲੱਗ ਪਏ। ਲੋਕਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਣ ਲੱਗੀਆਂ। ਤਦ ਇਹਨਾਂ ਦੀ ਹੋਰ ਵੀ ਜੈ ਜੈਕਾਰ ਹੋਣ ਲੱਗ ਪਈ। ਜਿਹੜੇ ਲੋਕਾਂ ਨੂੰ ਦਾਤਾ ਜੀ ਪ੍ਰਤੀ ਕੋਈ ਸ਼ੰਕਾ ਸੀ, ਉਹ ਬੇਝਿਜਕ ਕੁਝ ਇਉਂ ਫਰਿਆਦਾਂ ਕਰਨ ਲੱਗੇ। ਦਾਤਾ ਲਾਲਾ ਵਾਲਿਆ ਤੂੰ, ਲੱਖ ਦਾਤਾ ਲਾਲਾ ਵਾਲਿਆ ਤੂੰ, ਲੱਖ ਦਾਤਾ ਲਾਲਾ ਵਾਲਿਆ ਤੂੰ, ਅੱਜ ਮਿਹਰ ਕਰੇ ਮੈਂ ਤਾਂ ਮੰਨਾ, ਤੇਰੇ ਦਰ ਤੇ ਸਵਾਲੀ ਆ ਗਏ ਜੋ, ਤੇਰੇ ਦਰ ਤੇ ਸਵਾਲੀ ਆ ਗਏ ਜੋ, ਤੇਰੇ ਦਰ ਤੇ ਸਵਾਲੀ ਆ ਗਏ ਜੋ, ਝੋਲੀ ਸਭ ਦੀ ਭਰੇ ਮੈਂ ਤਾਂ ਮੰਨਾ, ਲੱਖ ਦਾਤਾ ਲਾਲਾ ਵਾਲਿਆ ਤੂੰ, ਅੱਜ ਮਿਹਰ ਕਰੇ ਮੈਂ ਤਾਂ ਮੰਨਾ, ਅੱਜ ਮਿਹਰ ਕਰੇ ਮੈਂ ਤਾਂ ਮੰਨਾ। सरवर तू सुल्तान भी तू, सखी सरवर तू सुल्तान भी तू, शक्ति भगती च महान भी तू, शक्ति भगती च महान भी तू, सखी सरवर तू सुल्तान भी तू, शक्ति भक्ति च महान भी तू, तेरे दर तो ही सब कुछ पाना, दर तो ही सब कुछ पाना, हथ सिर ते तरे मैं तमन्ना, लख दाता लाला वालिया तू, अज मेहर करे मैं तमन्ना, अज मेहर करे मैं तमन्ना।
ਸਦਾ ਤੇਰੇ ਜਗਦੇ ਰਹਿਣ ਚਿਰਾਗ ਸਦਾ ਇਹ ਰੋਜ਼ਾ ਰਵੇ ਆਬਾਦ ਸਦਾ ਹਰ ਜੀ ਨੂੰ ਲੱਗੇ ਪਾਗ ਸਦਾ ਹਰ ਜੀ ਨੂੰ ਲੱਗਣ ਪਾਗ ਸਦਾ ਦੁੱਖ ਸਭ ਦੇ ਹਰੇ ਮੈਂ ਤਾਂ ਮੰਨਾ ਅੱਜ ਮਿਹਰ ਕਰੇ ਮੈਂ ਤਾਂ ਮੰਨਾ तेरे रहमो करम वाली बात है की तेरे प्यार तो वध के सौगात है की तेरे रहमो करम वाली बात है की तेरे प्यार तो वध के सौगात है की कुल्ले मर जाने दी औकात है की कुल्ले मर जाने दी औकात है कि मेरा भुलिया जरे मैं तमन्ना अज मेहर करे मैं तमन्ना अज मेहर करे मैं तमन्ना ਸਾਧ ਸੰਗਤ ਜੀ, ਪਿੰਡ ਨਿਗਾਹਾ ਅੱਜ ਵਾਲੇ ਜ਼ਿਲ੍ਹਾ ਤੇ ਤਹਿਸੀਲ ਡੇਰਾ ਗਾਜੀ ਖਾਂ ਤੋਂ 22 ਕੋਹ ਦੀ ਦੂਰੀ ਜਾਣੀ ਕਿ ਤਕਰੀਬਨ 30 ਕੁ ਮੀਲ ਤੇ ਸਥਿਤ ਹੈ। ਇਸ ਜਗ੍ਹਾ ਤੇ ਲੱਖ ਦਾਤਾ ਜੀ ਆਪਣੇ ਪਰਿਵਾਰ ਅਤੇ 4 ਯਾਰਾਂ ਸਮੇਤ ਖੁਦਾ ਤਾਲਾ ਦੀ ਇਬਾਦਤ ਕਰਦੇ ਆਲੇ ਦੁਆਲੇ ਦੇ ਲੋਕਾਂ ਦਾ ਭਲਾ ਕਲਿਆਣ ਕਰਦੇ ਰਹੇ। ਇੱਥੇ ਵੀ ਆਪ ਜੀ ਦੇ ਪਾਸ ਅਨੇਕਾਂ ਸ਼ਰਧਾਲੂ ਆਉਣੇ ਸ਼ੁਰੂ ਹੋ ਗਏ ਅਤੇ ਇਹਨਾਂ ਦੀ ਉਸਤਤ ਨੂੰ 4 ਚੰਨ ਲੱਗ ਗਏ। ਉੜਦੀ ਉੜਦੀ ਇਹ ਖਬਰ ਲੱਖ ਦਾਤਾ ਜੀ ਦੇ ਖਾਲਾਜ਼ਾਦ ਭਾਈਆਂ ਤੱਕ ਵੀ ਪਹੁੰਚ ਗਈ। ਉਹ ਹੋਰ ਵੀ ਸੜ ਵਲ ਗਏ। ਅਸਲ ਵਿੱਚ ਉਹਨਾਂ ਨੂੰ ਆਪਣੀ ਅਮੀਰੀ ਤੇ ਤਾਕਤ ਦਾ ਬੜਾ ਘਮੰਡ ਸੀ, ਕਿਉਂਕਿ ਲੱਖ ਦਾਤਾ ਜੀ ਨੇ ਆਪਣੀ ਸਾਰੀ ਜੱਦੀ ਜਾਇਦਾਦ ਅਤੇ ਖੇਤੀਬਾੜੀ ਵਾਲੀ ਜ਼ਮੀਨ ਵੀ ਉਹਨਾਂ ਨੂੰ ਦੇ ਦਿੱਤੀ ਸੀ ਅਤੇ ਆਪ ਪਰਿਵਾਰ ਸਮੇਤ ਪਿੰਡ ਸ਼ਾਹਕੋਟ ਛੱਡ ਕੇ ਨਿਗਾਹਾ ਵਿੱਚ ਆ ਵਸੇ ਸਨ। ਫਿਰ ਵੀ ਇਹਨਾਂ ਦੇ ਮਸੇਰੇ ਭਰਾ ਇਹਨਾਂ ਦੀ ਜਾਨ ਦੇ ਦੁਸ਼ਮਣ ਸਨ। ਆਖਰਕਾਰ ਉਹ ਚਾਰੇ ਭਰਾ ਹੋਰ ਖੋਖਰ ਕੌਮ ਦੇ ਬਦਮਾਸ਼ ਲੋਕਾਂ ਨੂੰ ਨਾਲ ਲੈ ਕੇ ਨਿਗਾਹਾ ਆ ਪਹੁੰਚੇ ਅਤੇ ਆਪ ਜੀ ਨੂੰ, ਆਪ ਦੇ ਯਾਰਾਂ ਤੇ ਬਾਕੀ ਪਰਿਵਾਰ ਨੂੰ ਬੜੀ ਬੇਰਹਿਮੀ ਨਾਲ ਸ਼ਹੀਦ ਕਰ ਦਿੱਤਾ। ਮੌਲਾਨਾ ਅਹਿਮਦ ਨੇ ਤਹਿਕੀਕਾਤ ਚਿਸ਼ਤੀ ਵਿੱਚ ਲਿਖਿਆ ਹੈ ਅਤੇ ਖਜ਼ੀਨਾਤੁਲ ਅਸਫੀਆ ਕਿਤਾਬ ਵਿੱਚ ਮੁਫਤੀ ਗੁਲਾਮ ਸਰਵਰ ਨੇ ਲਿਖਿਆ ਹੈ ਕਿ ਹਜ਼ਰਤ ਸਖੀ ਸਰਵਰ ਦੀ ਸ਼ਹਾਦਤ ਤਸਦੀਕਸ਼ੁਦਾ ਰਵਾਇਤਾਂ ਅਨੁਸਾਰ 577 ਹਿਜਰੀ ਮੁਤਾਬਕ 1181 ਈਸਵੀ ਵਿੱਚ ਹੋਈ ਸੀ। ਸਾਧ ਸੰਗਤ ਜੀ, ਇਹ ਦੁਖਦਾਈ ਖਬਰ ਇਲਾਕੇ ਵਿੱਚ ਜੰਗਲ ਦੀ ਅੱਗ ਵਾਂਗ ਫੈਲ ਗਈ। ਦਾਤਾ ਜੀ ਦੇ ਅਨੇਕਾਂ ਮਰੀਦ ਇਕੱਠੇ ਹੋ ਗਏ। ਉਹਨਾਂ ਨੇ ਰਲ ਮਿਲ ਕੇ ਇਸਲਾਮੀ ਰਵਾਇਤਾਂ ਮੁਤਾਬਕ ਲੱਖ ਦਾਤਾ ਜੀ ਅਤੇ ਬਾਕੀ ਸਭ ਨੂੰ ਸੁਪੁਰਦੇ ਖਾਕ ਕੀਤਾ। ਹੌਲੀ ਹੌਲੀ ਉੱਥੇ ਮਜ਼ਾਰ ਬਣਾਈ ਗਈ। ਲੱਖ ਦਾਤਾ ਜੀ ਪ੍ਰਤੀ ਸੰਗਤਾਂ ਦਾ ਇੰਨਾ ਪਿਆਰ ਵਧਿਆ ਕਿ ਲੋਕਾਂ ਦਾ ਇਕੱਠ ਮੇਲੇ ਦਾ ਰੂਪ ਧਾਰਨ ਲੱਗ ਪਿਆ। ਸੰਗਤਾਂ ਲੱਖ ਦਾਤਾ ਨੂੰ ਯਾਦ ਕਰਦੀਆਂ, ਸੁੱਖਣਾ ਸੁੱਖਦੀਆਂ ਤੇ ਸਿਜਦਾ ਸਲਾਮ ਕਰਦੀਆਂ। ਲੱਖ ਦਾਤਾ ਜੀ ਸਭ ਦੀਆਂ ਮਨੋਕਾਮਨਾ ਪੂਰੀਆਂ ਕਰਦੇ। ਹੌਲੀ ਹੌਲੀ ਇਸ ਜਗ੍ਹਾ ਤੇ ਇੱਕ ਦਰਬਾਰ ਬਣ ਗਿਆ। ਮਸ਼ਹੂਰ ਲੇਖਕ ਇਮ ਮਕਾਲਿਫ ਦੇ ਮੁਤਾਬਕ ਇਹ ਰੋਜ਼ਾ 2 ਭਰਾ ਦੀਵਾਨ ਜੀਤ ਰਾਏ ਤੇ ਦੀਵਾਨ ਲਖਪਤ ਰਾਏ ਨੇ ਬਣਾਇਆ ਹੈ, ਜੋ ਕਿ ਲਾਹੌਰ ਦੇ ਰਹਿਣ ਵਾਲੇ ਸਨ ਤੇ ਹਕੂਮਤ ਪੰਜਾਬ ਦੇ ਦੀਵਾਨ ਵੀ ਸਨ। ਲਾਹੌਰ ਵਿੱਚ ਜਿੱਥੇ ਕੋਟ ਲਖਪਤ ਆਬਾਦ ਹੈ, ਇਹ ਜਾਇਦਾਦ ਵੀ ਦੀਵਾਨ ਲਖਪਤ ਦੀ ਹੀ ਸੀ। ਕੁਝ ਲੇਖਕਾਂ ਦਾ ਕਹਿਣਾ ਹੈ ਕਿ ਇਸ ਦਰਬਾਰ ਨੂੰ ਹੋਰ ਵੀ ਖੂਬਸੂਰਤ ਬਣਾਉਣ ਵਿੱਚ ਦਿੱਲੀ ਦੇ ਅਕਬਰ ਬਾਦਸ਼ਾਹ ਅਤੇ ਔਰੰਗਜ਼ੇਬ ਬਾਦਸ਼ਾਹ ਨੇ ਵੀ ਆਪਣਾ ਖੂਬ ਯੋਗਦਾਨ ਪਾਇਆ ਹੈ। ਲੱਖ ਦਾਤਾ ਜੀ ਦੀ ਮਹਿਮਾ ਬੜੀ ਅਪਰੰਪਾਰ ਹੈ। ਹੁਣ ਇਸ ਨਿਗਾਹ ਦਾ ਨਾਮ ਬਦਲ ਕੇ ਸਖੀ ਸਰਬਤ ਦਰਬਾਰ ਰੱਖ ਦਿੱਤਾ ਗਿਆ ਹੈ। ਇਸ ਦਰਬਾਰ ਤੇ ਚੌਂ ਕੂਟਾਂ ਤੋਂ ਲੋਕ ਆਉਂਦੇ ਹਨ ਤੇ ਦਾਤਾ ਜੀ ਦੀ ਜੈ ਜੈਕਾਰ ਕਰਦੇ ਹਨ।
ਸਾਧ ਸੰਗਤ ਜੀ, ਸਾਨੂੰ ਬੜੀ ਖੁਸ਼ੀ ਹੈ ਕਿ ਤੁਸੀਂ ਇਸ ਜੀਵਨ ਕਥਾ ਨੂੰ ਬਹੁਤ ਹੀ ਪਿਆਰ ਅਤੇ ਸਤਿਕਾਰ ਨਾਲ ਸੁਣ ਰਹੇ ਹੋ। ਇਸ ਕੈਸਟ ਵਿੱਚ ਵੀ ਇਸ ਜੀਵਨ ਕਥਾ ਨੂੰ ਪੂਰੀ ਨਹੀਂ ਕਰ ਸਕੇ। ਇਸ ਜੀਵਨ ਕਥਾ ਦਾ ਬਾਕੀ ਹਿੱਸਾ ਤੁਸੀਂ ਸਾਡੀ ਅਗਲੀ ਕੈਸਟ ਏਕਜੋਤ ਫਿਲਮ ਫਗਵਾੜਾ ਵੱਲੋਂ ਤਿਆਰ ਕੀਤੀ ਗਈ ਪੀਰ ਨਿਗਾਹੇ ਵਾਲਾ ਭਾਗ 25ਵਾਂ ਵਿੱਚ ਸੁਣੋ। ਉਸ ਜੀਵਨ ਕਥਾ ਵਿੱਚ ਸੁਣੋਗੇ ਕਿ ਵੱਡਾ ਨਿਗਾਹਾ ਜਾਣੀ ਸਖੀ ਸਰਵਰ ਦਰਬਾਰ ਵਿੱਚ ਲੱਖ ਦਾਤਾ ਜੀ ਨੇ ਪਾਣੀ ਦਾ ਚਸ਼ਮਾ ਕਿਵੇਂ ਪ੍ਰਗਟ ਕੀਤਾ, ਅੰਨਾ, ਕੋੜੀ ਤੇ ਖੁਸਰਾ ਕੌਣ ਸਨ ਤੇ ਤਿੰਨੋਂ ਜਾਣੇ ਕਿਵੇਂ ਠੀਕ ਹੋ ਕੇ ਲੱਖ ਦਾਤਾ ਦੇ ਮਰੀਦ ਬਣੇ, ਦਸਤ ਮੁਬਾਰਕ ਤੇ ਕਦਮ ਮੁਬਾਰਕ ਦੀ ਕੀ ਕਹਾਣੀ ਹੈ, ਸਖੀ ਸਰਵਰ ਦਰਬਾਰ ਦੀ ਬਣਤਰ ਕਿਹੋ ਜਿਹੀ ਹੈ, ਅੱਗ ਨਾਲ ਬਣਨ ਵਾਲੀਆਂ ਤੇ ਬਿਨਾਂ ਅੱਗ ਤੋਂ ਬਣਨ ਵਾਲੀਆਂ ਦੇਗਾਂ ਦੀ ਕੀ ਕਹਾਣੀ ਹੈ। ਇਸ ਤੋਂ ਇਲਾਵਾ ਹੋਰ ਵੀ ਬੜਾ ਕੁਝ ਸੁਣੋਗੇ। ਚੰਗਾ, ਬਾਕੀ ਫਿਰ ਸੇ ਰੱਬ ਰਾਖਾ, ਰੱਬ ਰਾਖਾ, ਰੱਬ ਰਾਖਾ।